ਬਲਵਿੰਦਰ ਸਿੰਘ ਨੇ ਦੂਸਰੇ ਗਰੁੱਪ ਅੰਦਰ ਲਿਖਿਆ ਹੈ, ਅਸੀਂ ਸਭ ਸੱਤ ਨੂੰ ਜਾਣਨਾ ਚਾਹੁੰਦੇ ਹਾਂ, ਪਰ ਜਿਉਣਾ ਨਹੀਂ ਚਾਹੁੰਦੇ। ਜਾਣਨਾ ਆਸਾਨ ਹੈ, ਜਿਉਣਾ ਕਠਿਨ ਹੈ। ਜਾਣਨਾ ਸਾਨੂੰ ਧਾਰਮਿਕ ਬਣਾਉਂਦਾ ਹੈ, ਜਿਉਣਾ ਸਾਨੂੰ ਇਨਸਾਨ ਬਣਾਉਂਦਾ ਹੈ। ਪਰ ਅਸੀਂ ਧਾਰਮਿਕ ਬਣਨਾ ਚਾਹੁੰਦੇ ਹਾਂ, ਇਨਸਾਨ ਨਹੀਂ। ਇਸੇ ਤਰ੍ਹਾਂ ਗ੍ਰੰਥਾਂ ਨੂੰ ਪੜ੍ਹਨਾ ਆਸਾਨ ਹੈ, ਗੁਰੂ ਸੰਗ ਰਹਿਣਾ ਅਤੀ ਕਠਿਨ ਹੈ। ਗ੍ਰੰਥ ਸਾਨੂੰ ਸਾਡੇ ਔਗਣਾਂ ਬਾਰੇ ਨਹੀਂ ਦੱਸਦੇ, ਪਰ ਗੁਰੂ ਸਾਡੇ ਔਗਣਾਂ 'ਤੇ ਚੋਟ ਮਾਰਦਾ ਹੈ। ਗ੍ਰੰਥ ਸਾਰੀ ਉਮਰ ਪੜ੍ਹਦੇ ਰਹੋ, ਕੁਝ ਨਹੀਂ ਬੋਲਦੇ, ਪਰ ਗੁਰੂ ਕਾਰਗੁਜ਼ਾਰੀ ਬਾਰੇ ਬੋਲਦਾ ਹੈ। ਪਹਿਲਾਂ ਜੋ ਉੱਪਰ ਲਿਖਿਆ ਹੈ, ਵੀ ਅਸੀਂ ਸਭ ਸੱਤ ਨੂੰ ਜਾਣਨਾ ਚਾਹੁੰਦੇ ਹਾਂ, ਪਰ ਜਿਉਣਾ ਨਹੀਂ ਚਾਹੁੰਦੇ। ਜਾਣਨ ਵਾਲਾ ਧਾਰਮਿਕ ਬਣ ਜਾਂਦਾ ਹੈ। ਇਹਨਾਂ ਨੇ ਲਿਖਿਆ ਹੈ ਵੀ ਇਨਸਾਨ ਬਣਦਾ ਹੈ ਜਿਹੜਾ ਜਿਉਣਾ ਚਾਹੁੰਦਾ ਹੈ। ਇਹ ਤਾਂ ਗੱਲ ਠੀਕ ਹੈ ਵੀ ਪਰਮਾਤਮਾ ਬਾਰੇ ਜਿਹੜਾ ਜਾਣਨਾ ਚਾਹੁੰਦਾ ਹੈ ਉਹ ਧਾਰਮਿਕ ਹੈ, ਤੇ ਜਿਹੜਾ ਜਾਣਨਾ ਚਾਹੁੰਦਾ ਹੈ ਉਹ ਫਿਰ ਗ੍ਰੰਥ ਪੜ੍ਹਦਾ ਹੈ, ਗ੍ਰੰਥਾਂ ਤੋਂ ਫਿਰ ਜਾਣਦਾ ਹੈ ਪਰਮਾਤਮਾ ਬਾਰੇ। ਪਰ ਜਿਹੜਾ ਜਿਉਣਾ ਚਾਹੁੰਦਾ ਹੈ ਉਹ ਇਨਸਾਨ ਹੈ। ਨਹੀਂ, ਧਾਰਮਿਕ ਵਿਅਕਤੀ ਵੀ ਜਿਉਣਾ ਚਾਹੁੰਦਾ ਹੈ, ਪਰ ਧਾਰਮਿਕ ਢੰਗ ਨਾਲ ਜਿਉਣਾ ਚਾਹੁੰਦਾ ਹੈ। ਹਰ ਇੱਕ ਦਾ ਜਿਉਣ ਦਾ ਢੰਗ ਵੱਖ ਹੁੰਦਾ ਹੈ। ਅਲੱਗ-ਅਲੱਗ ਢੰਗ ਨਾਲ ਹਰ ਇੱਕ ਮਨੁੱਖ ਜਿਉਣਾ ਚਾਹੁੰਦਾ ਹੈ। ਜਿਵੇਂ ਤੁਸੀਂ ਵੀ ਸੁਣ ਰਹੇ ਹੋ, ਜਿੰਨੇ ਤੁਸੀਂ ਵੀ ਅਲੱਗ-ਅਲੱਗ ਢੰਗ ਨਾਲ ਜਿਉਣਾ ਚਾਹੁੰਦੇ ਹੋ। ਤੇ ਉਸ ਜਿਉਣ ਬਾਰੇ ਤੁਸੀਂ ਸੋਚਦੇ ਹੋ, ਤੇ ਉਸ ਸੋਚਣ ਕਰਕੇ ਹੀ ਮਨ ਬਣਦਾ ਹੈ। ਖਿਆਲ ਵਿੱਚ ਰੱਖੋ, ਮਨ ਦੀ ਪੈਦਾਇਸ਼ ਹੀ ਜਿਉਣ ਦੀ ਚਾਹਤ ਤੋਂ ਸ਼ੁਰੂ ਹੁੰਦੀ ਹੈ। ਤੁਸੀਂ ਜਿਉਣਾ ਚਾਹੁੰਦੇ ਹੋ ਤਾਂ ਹੀ ਤੁਸੀਂ ਅੱਗੇ ਸੋਚਦੇ ਹੋ ਆਉਣ ਵਾਲੇ ਸਮੇਂ ਵਿੱਚ ਵੀ ਕਿਵੇਂ ਜਿਉਣਾ ਹੈ, ਕਿਹੜੀ ਕਿਹੜੀ ਚੀਜ਼ ਨਾਲ ਜਿਉਣਾ ਹੈ, ਕਿਹੜੇ ਢੰਗ ਨਾਲ ਜਿਉਣਾ ਹੈ, ਕਿਹੜੇ ਤਰੀਕੇ ਨਾਲ ਜਿਉਣਾ ਹੈ। ਕੋਠੀ 'ਚ ਜਿਉਣਾ ਹੈ ਕਿ ਮਹਿਲ 'ਚ ਜਿਉਣਾ ਹੈ। ਹਾਂ, ਹਰ ਇੱਕ ਦੀ ਪਸੰਦ ਅਲੱਗ-ਅਲੱਗ ਹੈ। ਕੋਈ ਜੰਗਲ 'ਚ ਵੀ ਜਿਉਣਾ ਚਾਹੁੰਦਾ ਹੈ, ਕੋਈ ਇਕਾਂਤ 'ਚ ਜਿਉਣਾ ਚਾਹੁੰਦਾ ਹੈ, ਕੋਈ ਧਾਰਮਿਕ ਢੰਗ ਨਾਲ ਜਿਉਣਾ ਚਾਹੁੰਦਾ ਹੈ। ਜਿਉਣ ਦੀ ਚਾਹਤ ਹੀ ਮਨ ਨੂੰ ਬਣਾਉਂਦੀ ਹੈ। ਇਹ ਗੱਲ ਖਿਆਲ ਵਿੱਚ ਰੱਖੋ। ਲਾਲਚ ਕਰੇ ਜੀਵਨ ਪਦ ਕਾਰਨ, ਲੋਚਨ ਕਛੂ ਨ ਸੂਝੈ। ਕਹਿੰਦੇ ਹਨ
ਵੀ ਲਾਲਚ ਕਰਦਾ ਹੈ ਜਿਉਣ ਵਾਸਤੇ, ਪਰ ਸੁਝਦਾ ਥੋੜ੍ਹੀ ਹੈ ਅੱਗਾ ਤੁਹਾਨੂੰ, ਅੱਗੇ ਦਿਖਦਾ ਥੋੜ੍ਹੀ ਹੈ ਕੁਝ, ਸੋਚ ਰਹੇ ਹੋ ਸਿਰਫ, ਲਾਲਚ ਕਰਕੇ ਸੋਚ ਰਹੇ ਹੋ, ਸੋਚ ਕਰਕੇ ਮਨ ਚੱਲ ਰਿਹਾ। ਤ੍ਰਿਸ਼ਨਾ ਕਰਕੇ ਕਹਿ ਸਕਦੇ, ਤ੍ਰਿਸ਼ਨਾ ਕਰਕੇ ਮਨ ਪੈਦਾ ਹੋਇਆ ਨਾ। ਜਦੋਂ ਕਹਿੰਦੇ ਨਾ ਬੱਚਾ ਪੈਦਾ ਹੋਇਆ, ਫਿਰ ਲਿਵ ਛੁਟਕੀ ਲਾਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਜੀਵਨ ਦੀ ਚਾਹਤ ਸ਼ੁਰੂ ਹੋਈ ਤੇ ਮਨ ਚੱਲ ਪਿਆ। ਤੇ ਫਿਰ ਆਲੇ ਦੁਆਲੇ ਜਿਹੜੇ ਹਨ ਉਹ ਸਾਰੇ ਹੀ ਚਾਹਤ ਨੂੰ ਵਧਾਉਂਦੇ ਹਨ ਜੀਵਨ ਦੀ। ਉਹ ਬੱਚੇ ਨੂੰ ਕਹਿੰਦੇ ਹਨ ਵੀ ਚੰਗੇ ਢੰਗ ਨਾਲ ਜਿਉਣਾ ਹੈ, ਤੂੰ ਅਫਸਰ ਬਣਨਾ ਹੈ, ਤੂੰ ਕੁਛ ਖਾਸ ਬਣਨਾ ਹੈ, ਖਾਸ ਢੰਗ ਨਾਲ ਜਿਉਣਾ ਹੈ। ਮਾਤਾ ਪਿਤਾ ਸੁਪਨੇ ਦਿਖਾਉਂਦੇ ਹਨ ਜਿਉਣ ਦੇ, ਉਹ ਫਿਰ ਸੁਪਨੇ ਦੇਖਣ ਲੱਗ ਜਾਂਦਾ ਹੈ। ਤੇ ਹਰ ਇੱਕ ਦੇ ਸੁਪਨੇ ਵੱਖ ਹਨ, ਵੱਖ ਢੰਗ ਨਾਲ ਜਿਉਣਾ ਚਾਹੁੰਦਾ। ਤੇ ਜਿੰਨਾ ਕੋਈ ਜ਼ਿਆਦਾ ਜਿਉਣਾ ਚਾਹੁੰਦਾ ਹੈ ਓਨਾ ਜ਼ਿਆਦਾ ਵੱਡਾ ਮਨ ਹੁੰਦਾ ਹੈ। ਜਿੰਨਾ ਜ਼ਿਆਦਾ ਵੱਡਾ ਮਨ ਹੋਵੇਗਾ, ਵੱਡਾ ਦਾ ਭਾਵ ਵੀ ਜ਼ਿਆਦਾ ਸੋਚ ਰਿਹਾ ਹੈ, ਦੂਰ ਤੱਕ, ਕਈ ਬਹੁਤ ਦੂਰ ਤੱਕ ਸੋਚਦੇ, ਤਾਂ ਓਨੇ ਹੀ ਉਹ ਅਸ਼ਾਂਤ ਹੁੰਦੇ ਹਨ। ਜਿਹੜਾ ਬਹੁਤ ਘੱਟ ਸੋਚਦਾ ਹੈ, ਨੇੜੇ ਦੀ ਸੋਚਦਾ ਹੈ, ਉਹ ਜ਼ਿਆਦਾ ਅਸ਼ਾਂਤ ਨਹੀਂ ਹੁੰਦਾ। ਇਵੇਂ ਹੀ ਮਨ ਨੂੰ ਸੰਕੋਚਣਾ ਹੈ। ਬਾਹਰ ਵਿਸਥਾਰ ਹੁੰਦਾ ਹੈ ਜੀਵਨ ਦਾ, ਜੀਵਨ ਦੀ ਚਾਹਤ ਕਰਕੇ ਸੰਸਾਰ ਵਿੱਚ ਵਿਸਥਾਰ ਹੁੰਦਾ ਹੈ। ਤੇ ਸਾਰਿਆਂ ਨੂੰ ਦਿਖਾਉਣਾ ਹੈ ਚੰਗੇ ਢੰਗ ਨਾਲ ਜੀ ਕੇ, ਧਨੀ ਬਣ ਕੇ, ਇੱਜ਼ਤ ਕਮਾਉਣੀ ਹੈ ਕਹਿੰਦੇ ਨਾ ਕਈ। ਤੇ ਲੋਕ ਦੇਖਣ ਕਿਸ ਢੰਗ ਨਾਲ ਜੀ ਰਿਹਾ ਹੈ। ਤੋ ਬਾਹਰ ਦੀ ਦੌੜ ਹੈ। ਤੇ ਧਾਰਮਿਕ ਵਿਅਕਤੀ ਵੀ ਜਿਉਣਾ ਚਾਹੁੰਦਾ ਹੈ। ਹੁਣ ਜ਼ਿਆਦਾਤਰ ਧਾਰਮਿਕ ਵਿਅਕਤੀ ਪਾਠ ਪੂਜਾ ਕਰਦੇ ਹਨ, ਸੁਖਪੂਰਕ ਜੀਣ ਦੀ ਆਕਾਂਸ਼ਾ ਕਰਕੇ ਕਰਦੇ ਹਨ। ਕੋਈ ਵਿਪਤਾ ਨਾ ਆ ਜਾਵੇ, ਪਰੇਸ਼ਾਨੀ ਨਾ ਆ ਜਾਵੇ, ਜਿਉਣਾ ਤੇ ਉਹ ਚਾਹੁੰਦੇ ਹੀ ਹਨ ਸੁਖਪੂਰਵਕ। ਜਾਂ ਪਰਮਾਤਮਾ ਦਾ ਗਿਆਨ ਹੋਵੇ, ਤੇ ਗਿਆਨ ਦੁਆਰਾ ਜੀਵਾਂਗੇ ਤੇ ਜ਼ਿਆਦਾ ਮਜ਼ਾ ਆਊਗਾ, ਨਾਲੇ ਲੋਕਾਂ ਨੂੰ ਪਤਾ ਲੱਗੂਗਾ ਕਿ ਇਹਨੂੰ ਗਿਆਨ ਹੈ। ਸਮਝ ਹੈ, ਨੌਲੇਜ ਹੈ ਪਰਮਾਤਮਾ ਬਾਰੇ। ਪਰ ਇੱਕ ਗੱਲ ਇੱਥੇ ਖਿਆਲ ਵਿੱਚ ਰੱਖਣ ਯੋਗ ਹੈ, ਵੀ ਜਿਹੜਾ ਸਾਧਾਰਨ ਵਿਅਕਤੀ ਹੈ, ਜਿਵੇਂ ਤੁਸੀਂ ਕਿਹਾ ਹੈ ਵੀ ਇਨਸਾਨ ਹੈ, ਜਿਹਦੇ ਵਿੱਚ ਇਨਸਾਨੀਅਤ ਹੈ, ਉਹ ਵਾਸਤਵਿਕ ਧਰਮ ਵੱਲ ਛੇਤੀ ਮੁੜ ਆਉਂਦਾ ਹੈ। ਤੇ ਜਿਹਨੂੰ ਧਰਮ ਦੀ ਜ਼ਿਆਦਾ ਬਾਹਰੀ ਜਾਣਕਾਰੀ ਹੈ, ਬਹੁਤ ਪੁਸਤਕਾਂ ਪੜ੍ਹੀਆਂ ਹੋਈਆਂ ਹਨ, ਜਾਂ ਬਹੁਤਿਆਂ ਨੂੰ ਮਿਲਿਆ ਹੋਇਆ ਹੈ, ਵਿਚਾਰ ਕੀਤੀ ਹੋਈ ਹੈ, ਜਾਣਕਾਰੀ ਹੈ, ਉਹ ਵਾਸਤਵਿਕ ਧਰਮ ਵੱਲ ਨਹੀਂ ਆਉਂਦਾ, ਕਿਉਂਕਿ ਉਹ ਜਾਣਕਾਰੀ ਦੁਆਰਾ ਹੀ ਇਹ ਵਾਸਤਵਿਕ ਧਰਮ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰਦਾ ਹੈ। ਸਮੱਸਿਆ ਇਹ ਆਉਂਦੀ ਹੈ, ਆਮ ਸਧਾਰਨ ਵਿਅਕਤੀ ਤੇ ਨਹੀਂ ਸਮਝਣ ਦੀ ਕੋਸ਼ਿਸ਼ ਕਰਦਾ, ਵੀ ਮੈਨੂੰ ਪਤਾ ਹੀ ਨਹੀਂ, ਤੁਸੀਂ ਜੋ ਕਹਿੰਦੇ ਠੀਕ ਹੋਵੇਗਾ। ਦੇਖਿਆ ਹੈ ਮੈਂ, ਭੋਲੇ ਭਾਲੇ ਜਿਹੜੇ ਹਨ ਉਹ ਬੜੀ ਛੇਤੀ ਚੱਲਦੇ ਆ, ਭੋਲੇ ਭਾਲੇ ਮਿਲੇ ਰਘੁਰਾਏ। ਪਰ ਜਿਹੜੇ ਚਤਰ ਹਨ, ਚਤਰਾਈ ਨਾ ਚਤੁਰਭੁਜ ਪਾਈ,
ਚਤਰ ਕੌਣ ਹਨ? ਜਿਨ੍ਹਾਂ ਨੇ ਧਰਮ ਬਾਰੇ ਬਹੁਤ ਕੁਝ ਜਾਣ ਲਿਆ ਹੈ, ਸਮਝ ਲਿਆ ਹੈ। ਉਹ ਸਮਝਣ ਦੀ ਕੋਸ਼ਿਸ਼ ਕਰਦੇ ਹਨ। ਇਹ ਵਾਸਤਵਿਕ ਧਰਮ ਦੀ ਗੱਲ ਨਹੀਂ। ਹੁਣ ਤੁਸੀਂ ਇਉਂ ਸਮਝੋ, ਜਿਵੇਂ ਇੱਥੇ ਭਿਕਸ਼ੂ ਰਹਿ ਕੇ ਗਿਆ ਹੈ ਥੋੜ੍ਹੇ ਦਿਨ, ਤੇ ਉਹ ਕਹਿੰਦਾ भी आपकी जो बातें हैं ना, वो मुझे समझ में नहीं आती है, लेकिन आप ठीक कहते हैं। ये भी नाल कहता। देखो तुसी किन्ने समय तो ये साधना कर रहा है, अनुष्ठान करता है, जप तप करता है, फिर भी जिहड़ी यह गल है अंदर दी, ਉਹ ਉਹਦੇ ਸਮਝ ਵਿੱਚ ਨਹੀਂ ਆ ਰਹੀ ਹੈ। ਇੱਕ ਮਾਈ ਨੇ ਮੈਨੂੰ ਦੱਸਿਆ, ਕਹਿੰਦੀ ਜਿਵੇਂ ਤੁਸੀਂ ਕਹਿੰਦੇ ਹੋ ਨਾ ਵੀ ਆਰਾਮ ਕਰਨਾ ਹੈ, ਤੇ ਕੁਦਰਤੀ ਇੱਕ ਦਿਨ ਲੇਟੇ ਲੇਟੇ ਹੀ ਬਾਹਰੋਂ ਧਿਆਨ ਹਟ ਗਿਆ, ਸਹਿਜ ਸੁਭਾਏ ਹੀ ਉਸ ਆਰਾਮ ਵਾਲੀ ਅਵਸਥਾ ਵਿੱਚ ਪਹੁੰਚ ਗਈ। ਤੇ ਬਾਅਦ ਵਿੱਚ ਮੈਨੂੰ ਪਤਾ ਲੱਗਾ ਵੀ ਇਹ ਹੈ ਵਾਸਤਵਿਕ ਆਰਾਮ, ਜਿਹਨੂੰ ਤੁਸੀਂ ਕਹਿੰਦੇ ਹੋ ਵਿਸਰਾਮ ਕਹਿ ਲਓ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ। ਵਿਸਰਾਮ ਅਵਸਥਾ ਦੇ ਵਿੱਚ ਬਹੁਤ ਸੁੱਖ ਹੁੰਦਾ, ਵਿਸਰਾਮ। ਪਰ ਕਹਿੰਦੇ ਇੱਕ ਇਹ ਵੀ ਗੱਲ ਦਾ ਪਤਾ ਲੱਗਾ ਨਾਲ ਨਾਲ ਹੀ, ਇਹ ਜੋ ਤੁਸੀਂ ਕਹਿੰਦੇ ਹੋ ਨਾ ਵੀ ਬਾਹਰੋਂ ਧਿਆਨ ਹਟਾ ਲਓ, ਇਹ ਗੱਲ ਕਿਸੇ ਨੂੰ ਸਮਝ ਵਿੱਚ ਨਹੀਂ ਆਉਣੀ ਹੈ। ਕਹਿੰਦੀ ਇਹ ਵੀ ਮੈਨੂੰ ਪਤਾ ਲੱਗਾ। ਕਹਿੰਦੀ ਇਹ ਸਮਝਣ ਵਿੱਚ ਆਉਣ ਵਾਲੀ ਗੱਲ ਨਹੀਂ ਹੈ। ਆ ਨਹੀਂ ਸਕਦੀ ਸਮਝ ਵਿੱਚ। ਕਿਉਂ ਨਹੀਂ ਆ ਸਕਦੀ? ਕਿਉਂਕਿ ਇਹ ਸਮਝ ਤੋਂ ਪਾਰ ਹੈ। ਜਦੋਂ ਇਹ ਘਟਨਾ ਘਟਦੀ ਹੈ ਨਾ, ਉਦੋਂ ਸਹਿਜ ਸੁਭਾਏ ਘਟਦੀ ਹੈ ਤੇ ਪਤਾ ਨਹੀਂ ਲੱਗਦਾ। ਤੇ ਸਮਝ ਤੋਂ ਪਾਰ ਹੈ। ਧਿਆਨ ਲਾਉਣਾ ਆਸਾਨ ਹੈ, ਲਾਉਣ ਵਾਸਤੇ ਤੇ ਸਾਰੇ ਕਹਿੰਦੇ ਆਸਾਨ ਨਹੀਂ ਹੈ, ਲੱਗਦਾ ਹੀ ਨਹੀਂ ਹੈ ਧਿਆਨ। ਪਰ ਸਮਝ ਵਿੱਚ ਆਉਂਦੀ ਹੈ ਵੀ ਕਿਤੇ ਧਿਆਨ ਲਾਉਣਾ ਹੈ। ਗੱਲ ਸਮਝ ਵਿੱਚ ਆਉਂਦੀ ਹੈ ਸਾਰਿਆਂ ਨੂੰ ਵੀ ਸ਼ਬਦ 'ਤੇ ਲਾਉਣਾ ਹੈ, ਸਵਾਸਾਂ 'ਤੇ ਲਾਉਣਾ ਹੈ, ਕਿੱਥੇ ਲਾਉਣਾ ਹੈ। ਕਿਤੇ ਨਾ ਕਿਤੇ ਲਾਉਣ ਵਾਸਤੇ ਆ ਰੁਕ ਕਹਿੰਦਾ, ਪਰ ਧਿਆਨ ਹਟਾਉਣਾ ਹੈ। ਇਹ ਸ਼ਾਇਦ ਤੁਸੀਂ ਪਹਿਲੀ ਵਾਰ ਹੀ ਸੁਣ ਰਹੇ ਹੋਵੋਗੇ, ਕਿਸੇ ਨੇ ਕਿਹਾ ਹੋਵੇ। ਧਿਆਨ ਹਟਾਉਣਾ ਹੈ, ਇਹ ਸ਼ਾਇਦ ਤੁਸੀਂ ਕਦੇ ਸੁਣਿਆ ਹੀ ਨਾ ਹੋਵੇ।
ਪਰ ਅਜੋਕੇ ਸਮੇਂ ਦੇ ਹਿਸਾਬ ਨਾਲ ਇਹ ਜ਼ਿਆਦਾ ਸਹਿਜ ਹੈ। ਜ਼ਿਆਦਾ ਮੌਜੂਦ ਹੈ ਅਜੋਕੇ ਸਮੇਂ 'ਚ। ਤੇ ਧਿਆਨ ਲਾਉਣ ਬਾਰੇ ਸਾਰੇ ਕਹਿੰਦੇ ਹਨ, ਸਮਝ ਵਿੱਚ ਆਉਂਦੀ ਹੈ। ਤੇ ਹਟਾਉਣਾ ਕਠਿਨ ਵੀ ਹੈ। ਪਹਿਲਾਂ ਤਾਂ ਸਮਝ ਵਿੱਚ ਹੀ ਨਹੀਂ ਆਉਂਦੀ ਹੈ ਗੱਲ ਵੀ ਹਟਾਉਣਾ ਕਿਵੇਂ ਹਟੂਗਾ। ਸਾਧੂ ਮਹਾਤਮਾ ਦੇ ਸਮਝ ਵਿੱਚ ਨਹੀਂ ਆ ਰਹੀ ਹੈ। ਇਹ ਦੇਖੋ, ਇਹ ਸੰਨਿਆਸੀ ਜਿਹੜੇ ਭਿਕਸ਼ੂ ਹਨ, ਇਹਨਾਂ ਦੀ ਸਮਝ ਵਿੱਚ ਨਹੀਂ ਆ ਰਹੀ ਹੈ ਇਹ ਗੱਲ। ਤੇ ਤੁਸੀਂ ਤੇ ਜ਼ਿਆਦਾਤਰ ਸੁਣਨ ਵਾਲੇ ਗ੍ਰਸਤੀ ਹੋ। ਤੇ ਨਹੀਂ ਆਉਂਦੀ ਹੈ ਸਮਝ ਵਿੱਚ। ਬਹੁਤ ਸਾਧੂ ਮਹਾਤਮਾ ਐਸੇ ਹਨ ਜਿਨ੍ਹਾਂ ਨੂੰ ਬਹੁਤ ਜਾਣਕਾਰੀ ਹੈ। ਜਿਵੇਂ ਮੈਂ ਪਹਿਲਾਂ ਗੱਲ ਕੀਤੀ ਸੀ ਸੰਤ ਸਕੱਤਰ ਸਿੰਘ ਜੀ, ਉਹ 30-40 ਸਾਲ ਤੋਂ ਤਕਰੀਬਨ ਪਹਿਲਾਂ ਉਹਨਾਂ ਨੇ ਧਾਰਮਿਕ ਗ੍ਰੰਥ ਪੜ੍ਹੇ, ਟਕਸਾਲਾਂ 'ਚ ਵੀ ਰਹੇ, ਫਿਰ ਸਾਧਨਾ ਵੀ ਕੀਤੀ, ਬਹੁਤ ਢੰਗ ਦੀ ਸਾਧਨਾ ਕਰਵਾਈ ਵੀ। ਉਹਨਾਂ ਦੇ ਅਸਥਾਨ 'ਤੇ ਜਿੱਥੇ ਉਹ ਰਹਿੰਦੇ ਹਨ, ਉੱਥੇ ਕੋਈ ਨਾ ਕੋਈ ਸਾਧਨਾ ਕਰਨ ਵਾਲਾ ਉਹ ਸੱਦਦੇ ਹੀ ਰਹਿੰਦੇ ਬਹੁਤ ਸਮੇਂ ਤੋਂ। ਤੇ ਸਾਧਨਾ ਕਰਵਾਉਂਦੇ। ਸਾਧਨਾ ਕਰਨ ਵਾਲਿਆਂ ਨੂੰ ਰੱਖਦੇ। ਤੇ ਬਹੁਤ ਜਾਣਕਾਰੀ ਹੈ ਧਰਮ ਦੀ। ਬਹੁਤ ਸਮੇਂ ਤੋਂ ਜਿਹੜੇ ਪੱਖ ਵਿੱਚ ਲੱਗਾ ਹੋਵੇ ਉਹਦੀ ਜ਼ਿਆਦਾ ਜਾਣਕਾਰੀ ਹੋ ਜਾਂਦੀ। ਪਰ ਜਾਣਕਾਰੀ ਹੈ ਤੇ ਹਾਲੇ ਵੀ ਉਹ ਸਾਧਨਾ ਹੀ ਕਰਵਾ ਰਹੇ ਹਨ। ਤੇ ਸਾਧਨਾ ਕਰਨ ਦੇ ਵਿੱਚ ਮਨ ਚੱਲਦਾ ਰਹਿੰਦਾ ਹੈ। ਕਿਉਂਕਿ ਮਨ ਸੋਚਦਾ ਹੈ ਕੁਛ ਮਿਲ ਰਿਹਾ ਹੈ। ਜਿਵੇਂ ਜਾਣਕਾਰੀ ਦੁਆਰਾ ਮਨ ਨੂੰ ਲੱਗਦਾ ਹੈ ਕੁਛ ਮਿਲ ਰਿਹਾ ਹੈ, ਜਾਣਕਾਰੀ ਵੱਧ ਰਹੀ ਹੈ। ਇਹ ਤਾਂ ਸਾਧਨਾ ਦੇ ਵਿੱਚ ਵੀ ਲੱਗਦਾ ਹੈ ਕੁਛ ਮਿਲ ਰਿਹਾ ਹੈ, ਕੁਛ ਹੋ ਰਿਹਾ ਹੈ। ਹੁਣ ਇੱਥੇ ਭਿਕਸ਼ੂ ਰਹਿੰਦਾ ਸੀ, ਕਹਿੰਦਾ ਤੁਸੀਂ ਕਿਹਾ ਸੀ ਵੀ ਕੁਝ ਨਹੀਂ ਕਰਨਾ, ਤੇ ਮੈਨੂੰ ਇਉਂ ਲੱਗਦਾ ਹੈ ਵੀ ਜੀਵਨ ਖਰਾਬ ਜਾ ਰਿਹਾ, ਵੀ ਮੈਂ ਕੁਛ ਵੀ ਨਹੀਂ ਕਰਦਾ, ਧਰਮ ਕਰਮ ਛੱਡ ਦਿੱਤੇ ਆਪਣੇ ਸਾਰੇ। ਕਹਿੰਦਾ ਕਈ ਸਾਲਾਂ ਦੇ ਜਿਹੜੇ ਪੱਕੇ ਨਿਯਮ ਸੀ ਉਹ ਵੀ ਛੱਡ ਦਿੱਤੇ, ਤੇ ਮੈਨੂੰ ਇਉਂ ਲੱਗਦਾ ਵੀ ਇਹ ਜੀਵਨ ਖਰਾਬ ਜਾ ਰਿਹਾ। ਮਨ ਮਿਟਣਾ ਨਹੀਂ ਨਾ ਚਾਹੁੰਦਾ। ਮਨ ਕਹਿੰਦਾ ਕੁਛ ਕਰੂਗਾ, ਤੇ ਫਿਰ ਮਨ ਨੂੰ ਇਹ ਹੁੰਦਾ ਹੈ ਕਿ ਕੁਛ ਮਿਲ ਰਿਹਾ ਹੈ, ਕੁਛ ਕਰ ਰਹੇ, ਧਾਰਮਿਕਤਾ ਵੱਧ ਰਹੀ, ਧਰਮ ਦੀਆਂ ਪੌੜੀਆਂ 'ਤੇ ਚੜ੍ਹ ਰਹੇ। ਇਸ ਕਰਕੇ ਕਠਿਨ ਤੋਂ ਕਠਿਨ ਵੀ ਆਦਮੀ ਸਾਧਨਾ ਕਰਦਾ ਰਹਿੰਦਾ, ਕਿਉਂਕਿ ਮਨ ਸੰਤੁਸ਼ਟ ਰਹਿੰਦਾ ਹੈ ਨਾ। ਇੱਥੇ ਆਹ ਪੱਥਰ ਜਿਹੇ ਲਾ ਕੇ ਨਾ ਇੱਕ ਰਸਤਾ ਜਿਹਾ ਬਣਾਇਆ ਹੋਇਆ ਹੈ। ਤੇ ਮੈਂ ਪੁੱਛਿਆ ਵੀ ਇਹ ਕਾਹਦੇ ਵਾਸਤੇ ਬਣਾਇਆ? ਕਹਿੰਦਾ ਭਿਕਸ਼ੂ ਇਹਨਾਂ ਪੱਥਰਾਂ 'ਤੇ ਚੱਲ ਕੇ ਧਿਆਨ ਕਰਦੇ ਹਨ। ਤੇ ਅਕਸਰ ਜ਼ਿਆਦਾਤਰ
ਉਹਨਾਂ ਦੇ ਆਸ਼ਰਮਾਂ ਵਿੱਚ, ਮਠਾਂ ਵਿੱਚ ਐਸੇ ਰਸਤੇ ਬਣਾਏ ਜਾਂਦੇ ਹਨ ਅਤੇ ਭਿਕਸ਼ੂ ਰਾਤ ਰਾਤ ਚੱਲਦੇ ਰਹਿੰਦੇ ਹਨ ਪੱਥਰਾਂ 'ਤੇ, ਦਿਨੇ ਚੱਲਦੇ ਰਹਿੰਦੇ ਹਨ ਨੰਗੇ ਪੈਰ ਧਿਆਨ ਕਰਦੇ। ਮੈਂ ਕਿਹਾ ਕਠਿਨਾਈ ਨਾਲ ਧਿਆਨ ਦਾ ਕੀ ਸੰਬੰਧ ਹੈ? ਤੇ ਪੱਥਰਾਂ 'ਤੇ ਚੱਲ ਕੇ ਕਰੋ, ਆਰਾਮ ਨਾਲ ਬੈਠ ਕੇ ਵੀ ਹੋ ਸਕਦਾ, ਪਰ ਕਠਿਨਾਈ ਨਾਲ ਕਰਨ ਦੁਆਰਾ ਮਨ ਨੂੰ ਤ੍ਰਿਪਤੀ ਮਿਲਦੀ ਹੈ ਵੀ ਮੈਂ ਕੁਛ ਖਾਸ ਕਰ ਰਿਹਾ। ਦੇਖੋ ਕਿੰਨਾ ਔਖਾ ਕੰਮ ਕਰ ਰਿਹਾ। ਕਠਿਨ ਸਾਧਨਾ ਦੁਆਰਾ ਮਨ ਜ਼ਿਆਦਾ ਤ੍ਰਿਪਤ ਹੁੰਦਾ ਹੈ। ਮਨ ਨੂੰ ਲੱਗਦਾ ਹੈ ਕੁਛ ਮਿਲ ਰਿਹਾ। ਦੇਖੋ ਮੈਂ ਕਰ ਰਿਹਾ। ਤੇ ਕਹਿੰਦਾ ਮੈਨੂੰ ਗੱਲ ਤੇ ਤੁਹਾਡੀ ਸਮਝ ਵਿੱਚ ਆਉਂਦੀ ਹੈ, ਪਰ ਜਿੰਨਾ ਚਿਰ ਮੈਂ ਕਰ ਨਹੀਂ ਨਾ ਲੈਂਦਾ ਸਭ ਕੁਛ, ਉਹਨਾਂ ਚਿਰ ਮੈਂ ਛੁੱਟ ਵੀ ਨਹੀਂ ਸਕਦਾ। ਮੈਂ ਕਿਹਾ ਇਹ ਤਾਂ ਗੱਲ ਠੀਕ ਹੈ, ਗੌਤਮ ਬੁੱਧ ਨੇ ਵੀ ਸਭ ਕੁਛ ਕਰਕੇ ਹੀ ਛੱਡਿਆ ਸੀ, ਪਰ ਕਰਕੇ ਤੂੰ ਛੱਡ ਦੇਈਂ, ਇਹ ਨਾ ਹੋਵੇ ਵੀ ਸਾਰੀ ਜ਼ਿੰਦਗੀ ਹੀ ਕਰਦਾ ਰਹੇ। ਕਈ ਕਰਦੇ ਹੀ ਰਹਿੰਦੇ ਹਨ, ਕੋਈ ਧਿਆਨ ਕਰੀ ਜਾਂਦਾ, ਕੋਈ ਕਰਮ ਕਰੀ ਜਾਂਦਾ, ਕੋਈ ਜਪ ਤਪ ਕਰੀ ਜਾਂਦਾ, ਕੋਈ ਧਿਆਨ ਲਵਾਈ ਜਾਂਦਾ। ਦੇਖੋ ਕਰ ਰਹੇ ਹਨ ਅਤੇ ਕੁਛ ਕਰਵਾ ਰਹੇ ਹਨ ਮੂੜ ਬੇਸਮਝ, ਕੁਛ ਨਾ ਕੁਛ ਕਹਿੰਦੇ ਕਰੋ ਅਤੇ ਕਰੀ ਜਾਂਦੇ ਹਨ ਸਾਰੀ ਉਮਰ। ਹੁਣ ਵੀ ਉਹ ਇੱਥੋਂ ਗਿਆ ਹੋਇਆ ਹੈ, ਸੰਤ ਸਕੱਤਰ ਸਿੰਘ ਨੇ ਸੱਦਿਆ ਵੀ ਉੱਥੇ ਕੋਈ ਮਹਾਤਮਾ ਨੇ ਸਾਧਨਾ ਕਰਵਾਉਣੀ ਹੈ। ਇੱਕ ਹਨੇਰੇ ਸਥਾਨ 'ਤੇ 10 ਦਿਨ ਪਤਾ ਨਹੀਂ 20 ਦਿਨ ਰੱਖਣਾ, ਕੋਈ ਅੰਡਰਗਰਾਊਂਡ ਬਣਾਇਆ ਹੋਵੇਗਾ, ਹਨੇਰੇ ਵਿੱਚ ਰਹਿਣਾ। ਅਤੇ ਜਦੋਂ ਹਨੇਰੇ ਵਿੱਚ ਰਹਿਣਗੇ ਇਹ ਅਤੇ ਬਾਹਰ ਆਉਣਗੇ ਅਤੇ ਇਹਨਾਂ ਨੂੰ ਲੱਗੂਗਾ ਕੁਛ ਮਿਲ ਗਿਆ। ਦੇਖੋ ਕਿੰਨਾ ਗਿਆਨ ਮਿਲਿਆ, ਕਿੰਨਾ ਪਤਾ ਲੱਗਾ। ਤਾਂ ਮਨ ਤ੍ਰਿਪਤ ਹੁੰਦਾ ਹੈ, ਮਨ ਚੱਲਦਾ ਰਹਿੰਦਾ ਹੈ, ਕੁਛ ਕਰਦਾ ਰਹੇ। ਤਾਂ ਮੈਨੂੰ ਵੀ ਬਹੁਤ ਸੁਨਾਹ ਭੇਜਦੇ ਹੁੰਦੇ ਸਨ ਪਹਿਲੇ ਸ਼ਿਵਰ ਲੱਗਾ ਹੋਇਆ ਹੈ, ਬਹੁਤ ਦੂਰ ਮਹਾਤਮਾ ਆ ਰਹੇ ਹਨ, ਉਹਨਾਂ ਨੇ ਧਿਆਨ ਕਰਵਾਉਣਾ ਹੈ, ਤੁਸੀਂ ਵੀ ਆ ਜਾਓ। ਮੈਂ ਕਦੇ ਵੀ ਨਹੀਂ ਗਈ। ਮੈਂ ਕਿਹਾ ਮੈਨੂੰ ਲੋੜ ਹੀ ਨਹੀਂ ਹੈ, ਮੈਨੂੰ ਕੁਛ ਚਾਹੀਦਾ ਹੀ ਨਹੀਂ ਹੈ। ਜਦੋਂ ਕੋਈ ਬੰਦੇ ਨੂੰ ਚਾਹੀਦਾ ਨਾ ਹੋਵੇ ਤਾਂ ਕਿਉਂ ਕਰੇ? ਤੁਹਾਨੂੰ ਕੋਈ ਚਾਹੀਦਾ ਹੈ, ਤੁਸੀਂ ਕਰੋ, ਕਰਵਾਓ। ਜਿਹਨੂੰ ਕੁਛ ਚਾਹੀਦਾ ਨਹੀਂ ਹੈ ਉਹ ਕੁਛ ਵੀ ਨਹੀਂ ਕਰਦਾ ਹੈ। ਅਤੇ ਪਰਮਾਤਮਾ ਕੁਛ ਕਰਕੇ ਥੋੜ੍ਹੀ ਮਿਲਦਾ ਹੈ, ਕਰਕੇ ਮਨ ਨੂੰ ਮਿਲਦਾ ਹੈ, ਮਨ ਨੂੰ ਤ੍ਰਿਪਤੀ ਮਿਲਦੀ, ਸੰਤੁਸ਼ਟੀ ਮਿਲਦੀ। ਅਤੇ ਧਾਰਮਿਕ ਲੋਕ ਬਹੁਤੇ ਹੀ ਕੁਛ ਤਾਂ ਕਰਮਕਾਂਡਾਂ 'ਚ ਲੱਗੇ ਹੋਏ ਹਨ ਅਤੇ ਕੁਛ ਕੁ ਜਿਹੜੇ ਹਨ ਉਹ ਸਾਧਨਾ ਕਰਵਾ ਰਹੇ ਹਨ ਜਾਂ ਕਰ ਰਹੇ ਹਨ। ਦੇਖੋ ਤੁਸੀਂ, ਅਤੇ ਇਹ ਬਹੁਤ ਸਮਝਦਾਰ ਹਨ ਅਤੇ ਇਹਨਾਂ ਨੂੰ ਇਹ ਗੱਲ ਸਮਝ ਵਿੱਚ ਨਹੀਂ ਆਉਂਦੀ। ਸੰਤ ਸਕੱਤਰ ਸਿੰਘ ਜੀ ਪਿੱਛੇ ਜਿਹੇ ਮਿਲਣ ਵਾਸਤੇ ਆਏ ਸਨ ਅਤੇ ਮੈਂ ਮਿਲਿਆ ਨਹੀਂ। ਕਿਉਂਕਿ ਉਹਨਾਂ ਨੂੰ ਮੇਰੀਆਂ ਗੱਲਾਂ ਚੰਗੀਆਂ ਲੱਗਦੀਆਂ ਹਨ। ਕਹਿੰਦੇ ਤੁਹਾਡੀਆਂ ਗੱਲਾਂ ਬੜੀਆਂ ਵਧੀਆ ਲੱਗਦੀਆਂ। ਉਹ ਗੱਲਾਂ ਸੁਣ ਸੁਣ ਕੇ ਤੁਸੀਂ ਕੀ ਕਰੋਗੇ? ਉਹਨਾਂ 'ਤੇ ਵਿਚਾਰ ਕਰੋਗੇ ਕੀ ਠੀਕ ਕੀ ਆ ਗਿਆ, ਗਲਤ ਕੀ। ਮੈਂ ਥੋੜ੍ਹੀ ਗੱਲਾਂ ਥੋੜ੍ਹੀ ਕਰ ਰਿਹਾ ਹਾਂ ਤੁਹਾਡੇ ਨਾਲ, ਕੋਈ ਕਥਾ ਵਾਰਤਾ ਥੋੜ੍ਹੀ ਹੋ ਰਹੀ। ਇੱਥੇ ਸਿੱਧੀ ਗੱਲ ਕਹੀ ਜਾ ਰਹੀ ਹੈ ਵੀ ਉੱਧਰੋਂ ਹਟੋ ਅਤੇ ਇੱਧਰ ਆਓ, ਉੱਧਰੋਂ ਪੱਟੋ ਅਤੇ ਇੱਧਰ ਲਾਓ, ਇੱਧਰੋਂ ਪੱਟਣਾ ਅਤੇ ਇੱਧਰ ਲਾਉਣਾ। ਰੱਬ ਦਾ ਕੀ ਪਾਉਣਾ?
ਪਰ ਇੱਧਰ ਲਾਉਣਾ ਤੁਸੀਂ ਦੱਸਦੇ ਹੋ, ਉੱਧਰੋਂ ਪੱਟਣਾ ਨਹੀਂ ਦੱਸਦੇ। ਮੈਂ ਕਹਿੰਦਾ ਇੱਧਰੋਂ ਪੱਟੋ, ਪੱਟੋਗੇ ਫਿਰ ਲੱਗੂਗਾ। ਪੌਦੇ ਨੂੰ ਤੁਸੀਂ ਇੱਕ ਜਗ੍ਹਾ ਤੋਂ ਪੱਟਦੇ ਹੋ ਨਾ, ਤਾਂ ਹੀ ਦੂਸਰੀ ਜਗ੍ਹਾ 'ਤੇ ਲੱਗਦਾ ਹੈ ਨਾ। ਤੇ ਸੰਸਾਰ ਵਿੱਚੋਂ ਪੱਟੋ, ਪਰ ਸੰਸਾਰ ਵਿੱਚੋਂ ਪੱਟੋ ਨਹੀਂ। ਜਿਹੜੇ ਧਾਰਮਿਕ ਹਨ ਨਾ, ਉਹ ਧਰਮ ਵਿੱਚੋਂ ਵੀ ਪੱਟੋ। ਇਹ ਗੱਲ ਸਮਝ ਵਿੱਚ ਨਹੀਂ ਆਉਂਦੀ ਵੀ ਧਰਮ ਵਿੱਚੋਂ ਕਿਵੇਂ ਪੱਟੋ। ਇਹਦੇ ਵਿੱਚ ਲੱਗਾ ਹੋਇਆ ਹੈ ਮਨ ਚੱਲ ਰਿਹਾ ਹੈ, ਤੇ ਉਹਨਾਂ ਨੂੰ ਇਹ ਗੱਲ ਖਿਆਲ ਵਿੱਚ ਹੀ ਨਹੀਂ ਆ ਰਹੀ ਹੈ। ਉਹ ਸੋਚ ਰਹੇ ਹਨ ਵੀ ਇਹਨੂੰ ਗੱਲਾਂ ਕਰਨੀਆਂ ਬਹੁਤੀਆਂ ਆ ਗਈਆਂ, ਵੀ ਗੱਲਾਂ ਬਾਤਾਂ ਵਧੀਆ ਕਰਦਾ ਹੈ, ਚਲੋ ਸੁਣਾਓ। ਨਹੀਂ, ਗੱਲਾਂ ਬਾਤਾਂ ਨਹੀਂ ਮੈਂ ਸੁਣਾ ਰਿਹਾ। ਅਗਰ ਤੁਸੀਂ ਸਿੱਧੇ ਢੰਗ ਨਾਲ ਆਓਗੇ, ਸਿਰਫ ਉੱਪਰ ਸੁਣਨ ਵਾਸਤੇ ਨਹੀਂ, ਕੁਛ ਕਰਨ ਵਾਸਤੇ, ਜਾਂ ਛੱਡ ਕੇ ਆਓਗੇ। ਪ੍ਰਭ ਸਭ ਕੁਝ ਛੋੜ ਪ੍ਰਭ ਤੋਂ ਹੀ ਤੇ ਆਇਆ, ਤੇ ਫਿਰ ਹੋਵੇਗਾ ਮਿਲਾਪ ਅਸਲੀ। ਇਹ ਫਿਰ ਮੈਨੂੰ ਬਾਹਰੋਂ ਦੇਖ ਰਹੇ ਹਨ, ਕੋਈ ਬਹੁਤ ਛੋਟੀ ਉਮਰ ਤੋਂ ਹੀ ਜਾਣਦੇ ਹਨ। ਤੇ ਜਿਵੇਂ ਪਿਤਾ ਨਹੀਂ ਪੁੱਤਰ ਨੂੰ ਦੇਖਦਾ, ਤੋ ਪੁਰਾਣੇ ਹਿਸਾਬ ਕਿਤਾਬ ਦੇ ਨਾਲ ਦੇਖਦੇ ਰਹਿੰਦੇ, ਤੋ ਉੱਦਾਂ ਹੀ ਸੋਚਦੇ ਆ। ਦੇਖੋ, ਤੇ ਐਸੇ ਗਿਆਨ ਦੁਆਰਾ, ਐਸੀ ਜਾਣਕਾਰੀ ਦੁਆਰਾ ਵੀ ਹੰਕਾਰ ਹੋ ਜਾਂਦਾ ਹੈ, ਸੇਵਾ ਦੁਆਰਾ ਵੀ ਹੁੰਦਾ ਹੈ। ਜਿਵੇਂ ਇਹਨਾਂ ਨੂੰ ਵੀ ਹੋ ਗਿਆ, ਹੋਇਆ ਹੀ ਹੋਵੇਗਾ ਵੀ ਦੇਖੋ ਕਿੰਨੇ ਸਮੇਂ ਤੋਂ ਕਿੰਨਾ ਉਪਕਾਰ ਕੀਤਾ, ਕਿੰਨਾ ਸਿਮਰਨ ਕਰਾਇਆ, ਕਿੰਨਾ ਜਾਪ ਕਰਾਇਆ, ਕਿੰਨਾ ਨਾਮ ਜਪਾਇਆ, ਪਰਉਪਕਾਰ ਦੇ ਕੰਮ ਕੀਤੇ। ਤੋ ਹੰਕਾਰ, ਕਿੰਨਿਆਂ ਨੂੰ ਸੰਤ ਬਣਾਇਆ। ਕਈ ਕਹਿੰਦੇ ਹਨ ਨਾ, ਕਿੰਨਿਆਂ ਨੂੰ ਅੰਮ੍ਰਿਤ ਛਕਾਇਆ। ਇਹ ਸਾਧੂ ਮਹਾਤਮਾ ਕਹਿੰਦੇ ਹਨ ਕਿੰਨਿਆਂ ਨੂੰ ਸੰਤ ਬਣਾਇਆ। ਦੱਸੋ, ਸੰਤ ਵੀ ਕੋਈ ਬਣਾਉਂਦਾ। ਸੰਤ ਤੱਤਵ ਤੇ ਅੰਦਰੋਂ ਫੁੱਲ ਹੈ, ਪਤਾ ਨਹੀਂ ਕਿਹੜੇ ਦੇ ਅੰਦਰ ਖਿੜਾ ਆਵੇ, ਪੱਕਾ ਥੋੜ੍ਹੀ ਹੈ ਕਿਹਦੇ ਅੰਦਰ ਖਿੜ ਜਾਵੇਗਾ। ਤੇ ਸੁਭਾਵਿਕ ਹੈ, ਤੇ ਸਮਝ ਵਿੱਚ ਨਹੀਂ ਆਉਂਦਾ ਹੈ। ਖਿਆਲ ਵਿੱਚ ਰੱਖੋ, ਇਹ ਜੋ ਇੱਧਰ ਗੱਲਬਾਤ ਹੋ ਰਹੀ ਹੈ ਨਾ, ਇਹ ਬਹੁਤ ਘੱਟ ਹਨ ਐਸੇ ਸਰੋਤੇ ਜਿਹੜੇ ਥੋੜ੍ਹੇ ਥੋੜ੍ਹੇ ਸਮਝ ਰਹੇ ਹਨ ਤੇ ਥੋੜ੍ਹਾ ਥੋੜ੍ਹਾ ਅਮਲ ਵੀ ਕਰਦੇ। ਨਹੀਂ ਤਾਂ ਸਮਝ ਵਿੱਚ ਦੇਖੋ, ਬਹੁਤ ਜਾਣਕਾਰੀ ਰੱਖਣ ਵਾਲਿਆਂ ਨੂੰ ਵੀ ਗੱਲ ਸਮਝ ਵਿੱਚ ਨਹੀਂ ਆਉਂਦੀ। ਸਿੱਧੀ ਸਿੱਧੀ ਗੱਲ ਵੀ ਬਾਹਰੋਂ ਧਿਆਨ ਹਟਾ ਲਓ ਅਸਤ ਵੱਲੋਂ, ਤੇ ਸੱਤ ਵਿੱਚ ਤੇ ਤੁਸੀਂ ਹੋ ਹੀ। ਫਿਰ ਐਸਾ ਸੰਭਵ ਨਹੀਂ ਹੈ। ਬੁੱਧੀ ਦੁਆਰਾ ਤੁਸੀਂ ਸੋਚੋਗੇ, ਤੁਹਾਨੂੰ ਖਿਆਲ ਵਿੱਚ ਨਹੀਂ ਆਵੇਗਾ ਐਸਾ। ਬੁੱਧੀ ਦੁਆਰਾ ਅਗਰ ਤੁਸੀਂ ਸਮਝੋਗੇ ਨਾ ਇਹ ਗੱਲ, ਇਹ ਸਮਝ ਵਿੱਚ ਨਹੀਂ ਆਵੇਗੀ, ਆ ਨਹੀਂ ਸਕਦੀ। ਉੱਤੋਂ ਤੁਸੀਂ ਭਾਵੇਂ ਸਵੀਕਾਰ ਕਰ ਲਓ, ਅੰਦਰੋਂ ਗਹਿਰੇ ਤਲ 'ਤੇ ਕਦੇ ਵੀ ਸਵੀਕਾਰ ਨਹੀਂ ਹੋਵੇਗਾ। ਕਿਉਂਕਿ ਇਹ ਜਦੋਂ ਅਵਸਥਾ ਜਾਣ ਲਈ ਨਹੀਂ ਨਾ ਜਾਂਦੀ ਹੈ, ਉਹਨਾਂ ਚਿਰ ਸਵੀਕਾਰ ਨਹੀਂ ਹੁੰਦੀ। ਬਹੁਤ ਸਮਝਦਾਰਾਂ ਨੂੰ ਵੀ ਇਹ ਗੱਲ ਸਮਝ ਵਿੱਚ ਨਹੀਂ ਆਉਂਦੀ, ਇਸ ਕਰਕੇ ਉਹ ਚੁੱਕ ਜਾਂਦੇ ਆ। ਉਹ ਸੋਚਦੇ ਹਨ ਵੀ ਬਾਹਰੋਂ ਜਾਣਕਾਰੀ ਇਹਨਾਂ ਨੂੰ ਵੀ ਇਤਨਾ ਹੀ ਹੈ ਜਿਵੇਂ ਸਾਨੂੰ ਹੈ, ਇਹਨਾਂ ਨੂੰ ਥੋੜ੍ਹੀ ਵੱਧ ਹੈ, ਸਾਨੂੰ ਥੋੜ੍ਹੀ ਜਿਹੀ ਘੱਟ ਹੈ, ਬਸ ਹੈ ਜਾਣਕਾਰੀ। ਇਸ ਕਰਕੇ ਉਹ ਜਾਣਕਾਰੀ ਹੋਰ ਇਕੱਠੀ ਕਰਦੇ ਰਹਿੰਦੇ ਆ। ਜਾਣਕਾਰੀ ਨੂੰ ਕੀ ਕਰਨਾ?
ਜਾਣਕਾਰੀ ਸਰੀਰ ਦਾ ਹਿੱਸਾ ਹੈ, ਇਹ ਸਰੀਰ ਨਾਲ ਹੀ ਛੁੱਟੇ। ਜਾਣਕਾਰੀ ਨੂੰ ਛੱਡਣਾ ਹੈ, ਇਸ ਗਿਆਨ ਨੂੰ ਵੀ ਛੱਡਣਾ ਹੈ, ਤਾਂ ਹੀ ਵਾਸਤਵਿਕ ਗਿਆਨ ਵੱਲ ਆਦਮੀ ਜਾਂਦਾ ਹੈ। ਬੁੱਧੀ ਨੂੰ ਵੀ ਛੱਡਣਾ ਹੈ। ਤੇ ਧਾਰਮਿਕ ਜਾਣਕਾਰੀ ਨੂੰ ਛੱਡਣਾ ਬਹੁਤ ਕਠਿਨ ਹੈ। ਧਾਰਮਿਕ ਸੰਸਕਾਰਾਂ ਨੂੰ ਛੱਡਣਾ ਬਹੁਤ ਕਠਿਨ ਹੈ। ਸਮਝ ਵਿੱਚ ਵੀ ਆ ਰਹੀ ਹੈ ਗੱਲ, ਕਈਆਂ ਦੇ ਖਿਆਲ ਵਿੱਚ ਵੀ, ਤਾਂ ਵੀ ਨਹੀਂ ਛੁੱਟ ਰਹੇ ਆ। ਫਿਰ ਧਾਰਮਿਕ ਜਾਣਕਾਰੀ ਤੇ ਹੋਰ ਜ਼ਿਆਦਾ ਕਠਿਨ ਹੈ, ਕਿਉਂਕਿ ਜਾਣਕਾਰੀ ਤੁਸੀਂ ਆਪਣੀ ਸਮਝ ਲੈਂਦੇ ਹੋ ਵੀ ਸਾਡੀ ਹੈ, ਦੇਖੋ ਪਤਾ ਹੈ, ਸਾਨੂੰ ਪਤਾ ਲੱਗ ਗਿਆ। ਤੋ ਉਸ ਜਾਣਕਾਰੀ ਦੁਆਰਾ ਹੀ ਜੋ ਕਿਹਾ ਜਾਂਦਾ ਹੈ ਉਹ ਤੁਸੀਂ ਸੁਣਦੇ ਹੋ, ਜਦੋਂ ਤੋ ਵੀ ਜਾਣਕਾਰੀ ਦਾ ਹਿੱਸਾ ਬਣ ਜਾਂਦਾ। ਅਧਿਆਤਮ ਜਾਣਕਾਰੀ ਦਾ ਹਿੱਸਾ ਨਹੀਂ ਹੈ, ਜਾਣਕਾਰੀ ਤੋਂ ਪਾਰ ਹੈ। ਜਿਹੜਾ ਕਹਿੰਦਾ ਨਾ ਮੈਂ ਜਾਣਦਾ, ਕਹੇ ਮੈਂ ਜਾਣਾ, ਜਾਣਨ ਹਾਰ ਸਮਸਾਨਾ, ਨਹੀਂ।